ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਕੱਲ ਤੁਸੀਂ ਖਬਰ ਸਾਂਝੀ ਕੀਤੀ ਸੀਗੀ ਕਿ ਚਾਈਨਾ ਦੇ ਵਿੱਚ 38% ਆਟੋਨਮਸ ਟਰੱਕਿੰਗ ਹੋ ਰਹੀ ਹੈ ਤੇ 75% ਅਗਲੇ 2 ਸਾਲਾਂ ਦੇ ਵਿੱਚ ਹੋਣੀ ਆ। ਮੈਂ ਇਹੀ ਕਿ ਆਪਣੇ ਸਟੇਟਸ ਦੇ ਵਿੱਚ ਤੁਸੀਂ ਮਹੀਨੇ ਕੁ ਪਹਿਲਾਂ ਸ਼ਾਇਦ ਇਹ ਵੀ ਸਾਂਝੀ ਕੀਤੀ ਸੀ ਆਪਣੇ ਸਟੇਟਸ ਦੇ ਵਿੱਚ ਓਕਲਾਹੋਮਾ ਸਿਟੀ ਤੋਂ ਟੈਕਸਸ ਦੇ ਵਿੱਚ ਡੈਡੀਕੇਟਿਡ ਲੇਨ ਹੈ। ਕੁਝ ਹੋਰ ਵੀ ਇਹਨਾਂ ਦੇ ਵਿੱਚ ਹੋ ਰਹੀ ਹੈ, ਹਲਚਲ ਹੋ ਰਹੀ ਹੈ ਆਪਣੇ USA ਦੇ ਵਿੱਚ ਕਿਹੜੀਆਂ ਇਹ ਫਰੈਂਡਲੀ ਸਟੇਟਸ ਹੈਗੀਆਂ ਆਟੋਨਮਸ ਟਰੱਕਿੰਗ ਵਾਸਤੇ? ਕੁਝ ਦੱਸ ਸਕਦੇ ਹੋ ਕਿ ਕੀ ਆਪਣੇ ਇੱਥੇ ਕੀ ਹੋ ਰਿਹਾ? ਜੀ ਕੋਈ ਨੀ। ਦੱਸਦੇ ਆ। ਇੱਕ ਅੱਜ ਦੀ ਵੀ ਖਬਰ ਸੀ, ਮੈਂ ਸਰਚ ਕਰਦਾ ਤਾਂ ਆਸਟਨ ਦੇ ਵਿੱਚ ਵੀ ਇੱਕ ਸਪੈਸ਼ਲ ਪਲੂਟੋਨਿੰਗ ਜਿਹੜੀ ਆਟੋਨੋਮਸ ਟਰੱਕਿੰਗ ਦੀ ਚੱਲ ਰਹੀ ਹੈਗੀ ਆ। ਸੈਲਫ ਡਰਾਈਵਿੰਗ ਟਰੱਕਿੰਗ ਕੋਰੀਡੋਰ ਬਣਾ ਰਹੇ ਆ ਆਸਟਨ ਏਰੀਆ ਦੇ ਵਿੱਚ। ਇਹ ਕੱਲ ਦੀ ਨਿਊਜ਼ ਹੀ ਆ, ਚੈੱਕ ਕਰ ਲਿਓ ਤੁਸੀਂ ਜਾ ਕੇ ਗੂਗਲ ਦੇ ਉੱਤੇ। ਸੋ ਚੱਲ ਰਿਹਾ ਕੰਮ ਸਾਰੇ ਪਾਸੇ ਇਹ ਹੌਲੀ ਹੌਲੀ। ਇਹ ਦੇਖੋ ਜੀ, ਇਹ ਜਿਹੜੀਆਂ ਸਟੇਟਾਂ ਦੇ ਵਿੱਚ ਸਨੋ ਪੈਂਦੀ, ਸੋ ਐਰੀਜ਼ੋਨਾ, ਨਿਊ ਮੈਕਸੀਕੋ, ਟੈਕਸਸ, ਇਹ ਸਟੇਟਾਂ ਜਿਹੜੀਆਂ ਇਹ 3 ਸਟੇਟਾਂ ਜਿਹੜੀਆਂ ਹੈਗੀਆਂ ਕਾਫੀ ਐਡਵਾਂਸ ਇਸ ਕੰਮ ਦੇ ਉੱਤੇ ਚੱਲ ਰਹੀਆਂ ਹੈਗੀਆਂ। ਜਿੰਨੀਆਂ ਵੀ ਸਟੇਟਸ ਦੇ ਵਿੱਚ ਸਨੋ ਪੈਂਦੀ ਹੈਗੀ ਆ, ਕਿਤੇ ਵੀ ਜਿੱਥੇ ਵੀ ਸਨੋ ਪੈਂਦੀ ਹੈਗੀ ਆ, ਉੱਥੇ ਇਹ ਕੰਮ ਬਹੁਤ ਜ਼ਿਆਦਾ ਘੱਟ ਜਿਹੜਾ ਹੈਗਾ ਹੋ ਰਿਹਾ ਹੈਗਾ, ਸਲੋ। ਪਰ ਜਿੱਥੇ ਸਨੋ ਨਹੀਂ ਪੈਂਦੀ ਹੈਗੀ ਆ, ਜਿੱਥੇ ਜਿਹੜਾ I-10 ਹੈਗਾ, I-10 ਇਹਦਾ ਬਿਲਕੁਲ ਜਿਹੜਾ ਹਾਈਵੇ 10 ਹੈਗਾ, ਉਹ ਇਹਦਾ ਕਹਿ ਲਓ ਵੀ ਗਰਾਊਂਡ ਹੈਗਾ ਸਾਰਾ, ਜਿੱਥੇ ਜਿੱਥੇ ਕਿ ਸਾਰਾ ਵੱਧ ਕੰਮ ਚੱਲ ਰਿਹਾ ਹੈਗਾ ਜੀ। ਸੋ ਅੱਜ ਦੀ ਨਿਊਜ਼ ਆ ਵੀ ਟੈਕਸਸ ਦੇ ਵਿੱਚ ਟੈਕਸਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਅਨਾਉਂਸ ਕੀਤਾ ਹੈ ਵੀ ਉਹ ਫਸਟ ਆਫ ਇਟਸ ਕਾਈਂਡ ਇੱਕ ਸੈਲਫ ਡਰਾਈਵਿੰਗ ਟਰੱਕਿੰਗ ਕੋਰੀਡੋਰ ਆਸਟਨ ਏਰੀਆ 'ਚ ਬਣਾਉਣ ਜਾ ਰਹੇ ਆ। ਇਹਦਾ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਕ੍ਰੈਸ਼ ਹੁੰਦੇ ਆ ਉਹਨਾਂ ਨੂੰ ਘਟਾਉਣ ਲਈ ਵੀ ਆ, ਡਰਾਈਵਰ ਇੰਪਰੂਵਮੈਂਟ ਐਕਸਪੀਰੀਅੰਸ ਦੇ ਲਈ, ਬ੍ਰੌਡਕਾਸਟਿੰਗ, ਡਿਜੀਟਲ ਰੋਡਵੇ ਇਨਫੋਰਮੇਸ਼ਨ, ਇਹ ਸਾਰਾ ਕੁਝ ਆਸਟਨ ਡਿਪਟੀ ਡਿਸਟ੍ਰਿਕਟ ਇੰਜੀਨੀਅਰ ਜਿਹੜੇ ਆ ਮਾਈਕ ਐਰਨਲਾਨੋ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਹੈਗਾ। ਸੋ ਟੈਕਸਸ ਦੇ ਨਾਲ ਵੱਧ ਰਿਹਾ ਜੀ ਐਵੋਲੂਸ਼ਨਰੀ ਤੇ ਰੈਵੋਲੂਸ਼ਨਰੀ, ਇਹ ਜਿਹੜੇ ਸ਼ਬਦ ਇਸ ਦੇ ਲਈ ਜਿਹੜੇ ਉਹ ਵਰਤੇ ਜਾ ਰਹੇ ਆ। ਸੋ ਜਿਵੇਂ ਜੀ ਬਿਲਕੁਲ ਜਿੱਦਾਂ ਆਉਂਦੀਆਂ ਰਹਿਣਗੀਆਂ ਹੋਰ ਖਬਰਾਂ ਆਪਾਂ ਜਿਹੜੀਆਂ ਜ਼ਰੂਰ ਦੱਸਦੇ ਰਵਾਂਗੇ। ਬਾਕੀ ਸਰੋਤੇ ਵੀ ਜਿਹੜੇ ਧਿਆਨ ਦੇ ਨਾਲ ਸੁਣਦੇ ਨੇ। ਥੈਂਕ ਯੂ ਕਾਲ ਦੇ ਲਈ ਤੁਹਾਡੀ। ਹਰਜੋਤ ਸਿੰਘ ਜੀ, ਹੁਣ ਇਹ ਤਾਂ ਦੇਖੋ ਕੈਲੀਫੋਰਨੀਆ ਨੂੰ ਤਾਂ ਝੱਟ ਭੰਡਣ ਲੱਗ ਜਾਂਦੇ, ਹਾਈ ਹਾਈ ਲਿਬਰਲ ਸਟੇਟ ਇਹਨਾਂ ਨੇ ਆਹ ਕਰਤਾ। ਹੁਣ ਇਹ ਦੇਖੋ ਡੀਪ ਰੈਡ ਸਟੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਰਹੇ ਆ ਇਹ ਆਟੋਨੋਮਸ, ਜਿੱਥੇ ਕਹਿੰਦੇ ਆ ਜੀ ਵੀ ਆਪਾਂ ਇਦਾਂ ਨਹੀਂ ਕਰਨ ਦੇਣਾ, ਇਹ ਚੀਜ਼ਾਂ ਜਿਹੜੀਆਂ ਬਾਹਰ ਆ ਹੁਣ ਸਭ ਤੋਂ ਵੱਧ ਆ ਰਿਹਾ। ਓਬਵੀਅਸਲੀ ਜਦੋਂ ਆਟੋਨੋਮਸ ਟਰੱਕਿੰਗ ਆਉਣੀ ਆ ਤੇ ਸਭ ਨੂੰ ਹੀ ਪਤਾ ਆ ਜੋ ਰੌਲਾ ਆ, ਜੋ ਕਹਿੰਦੇ ਆ ਕਿ ਸਾਡੀਆਂ ਜੌਬ ਜਾਣਗੀਆਂ, ਇੱਦਾਂ ਹੋਊਗਾ ਉੱਦਾਂ ਹੋਊਗੀਆਂ। ਹੁਣ ਉੱਥੇ ਜਿਹੜਾ ਉਹ ਆ ਰਿਹਾ ਆ ਤੇ ਉਹ ਸਭ ਤੋਂ ਪਹਿਲਾਂ ਜਿਹੜੇ ਉਹ ਲੈ ਕੇ ਆ ਰਹੇ ਆ ਸਪੈਸ਼ਲ ਕੋਰੀਡੋਰਸ ਜਿਹੜੇ ਉਹ ਓਪਨ ਹੋ ਰਹੇ ਆ। ਕਿਉਂਕਿ ਦੇਖੋ ਇੱਕ ਚੀਜ਼ ਨਾ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ, ਬਾਟਮ ਲਾਈਨ ਆ। ਜਿਹੜਾ ਅਮਰੀਕਾ ਦੇ ਵਿੱਚ ਕੋਈ ਵੀ ਬਿਜ਼ਨਸ ਕਰ ਰਿਹਾ ਉਹਨੂੰ ਆਪਣੀ ਬਾਟਮ ਲਾਈਨ ਦੇ ਨਾਲ ਮਤਲਬ ਆ, ਉਹਨੂੰ ਇਹ ਮਤਲਬ ਆ ਵੀ ਮੇਰਾ ਬੈਨੀਫਿਟ ਕਿੱਥੇ ਆ, ਮੈਨੂੰ ਮੁਨਾਫਾ ਕਿੱਥੇ ਆ। ਉਹਨਾਂ ਦੀਆਂ ਤੇ ਲਾਇਬਿਲਟੀਆਂ ਇੰਨੀਆਂ ਜ਼ਿਆਦਾ ਘੱਟ ਜਾਂਦੀਆਂ ਜਦੋਂ ਲੋਕ ਨਹੀਂ ਹੋਣਗੇ। ਉਹਨਾਂ ਨੂੰ ਵਰਕਰ ਕੌਂਪ ਵੀ ਘੱਟ ਲੈਣੀ ਪਊਗੀ, ਉਹਨਾਂ ਨੂੰ ਇੰਸ਼ੋਰੈਂਸ ਦੇ ਕਲੇਮ ਜਿਹੜੇ ਉਹ ਇਸ ਹਿਸਾਬ ਦੇ ਨਾਲ ਜਿਹੜੇ ਉਹ ਘੱਟ ਹੋਣਗੇ। ਲਗਾਤਾਰ ਕੰਟੀਨਿਊਸਲੀ ਟਰੱਕ ਜਿਹੜੇ ਉਹ ਆਟੋਨੋਮਸ ਜਿਹੜੇ ਉਹ ਚੱਲਦੇ ਰਹਿਣਗੇ, ਰੋਕਣ ਦੀ ਜਿਹੜੀ ਉਹਨਾਂ ਨੂੰ ਲੋੜ ਨਹੀਂ ਜਿਹੜੀ ਉਹ ਪਊਗੀ। ਸੋ ਇਹ ਨਾ ਸੋਚੋ ਵੀ ਹਾਂ ਜੀ ਇਹਨਾਂ ਇੱਕ ਜਣੇ ਨੇ ਕਰਤਾ ਦੂਜੇ ਨੇ, ਨਹੀਂ, ਇਹਦੇ ਵਿੱਚ ਸਾਰੇ ਹੀ ਇਕੱਠੇ ਨੇ। ਇਹ ਲਾਲ ਵਾਲੇ ਵੀ ਉਦਾਂ ਦੇ ਆ ਤੇ ਨੀਲੇ ਵਾਲੇ ਵੀ ਉਦਾਂ ਦੇ ਆ। ਇਵੈਂਚੁਅਲੀ ਕੰਪਨੀਆਂ ਨੂੰ ਬੈਨੀਫਿਟ ਦਾ ਮਤਲਬ ਆ। ਸਾਰਾ ਕੁਝ ਵਾਪਰ ਰਿਹਾ, ਆਪਾਂ ਨੋਟ ਨਹੀਂ ਕਰ ਰਹੇ। ਬੇ ਏਰੀਏ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ, ਸਾਰਿਆਂ ਨੂੰ ਪਤਾ ਕਿੰਨੀ ਪੋਪੂਲੇਸ਼ਨ ਆ ਬੇ ਏਰੀਏ ਦੀ, ਰਾਈਟ? 5-6 ਮਿਲੀਅਨ ਦੇ ਕਰੀਬ ਹੋਣੀ ਆ, 4-5 ਮਿਲੀਅਨ ਦੀ ਜੇ ਸਾਰੇ ਸੈਨ ਫਰਾਂਸਿਸਕੋ ਬੇ ਏਰੀਆ ਦੇਖੋ। ਪਰ ਤੁਸੀਂ ਦੇਖੋ ਵੀ ਟ੍ਰੇਸੀ ਏਰੀਏ 'ਚ ਕਿੰਨੇ ਵੇਅਰ ਹਾਊਸਸ ਬਣੇ ਆ, ਇੱਧਰ ਮੋਰਗਨ ਹਿੱਲ ਨਾਲ ਕਿੰਨੇ ਬਣ ਰਹੇ ਹੈਗੇ। ਉਹ ਕਾਰਨ ਇਹੀ ਆ ਵੀ ਫਿਊਚਰ 'ਚ ਇਹੀ ਕੁਝ ਹੋਣਾ ਆ, ਉਹਨਾਂ ਵੇਅਰ ਹਾਊਸਸ ਸਾਰਾ ਕੁਝ ਜਾਣਾ ਵੀ ਗਾਂ ਛੋਟੇ ਛੋਟੇ ਜਿਹੜੇ ਟਰੱਕ ਜਿਹੜੇ ਹੈਗੇ ਆ ਉਹ ਫਿਰ ਡਿਲੀਵਰ ਕਰੂਗੇ, ਰਾਈਟ ਜੀ। ਜਿਹੜੇ ਛੋਟੇ ਟਰੱਕ ਜੋਤ ਭਾਜੀ ਜਿਹੜੇ ਟੈਕਸਸ ਏਰੀਆ ਦੇ ਵਿੱਚ ਗੈਟਕ ਕੰਪਨੀ ਹੈਗੀ ਆ ਤੇ ਉਹ ਵਾਲਮਾਰਟ ਦੇ ਲਈ ਜਿਹੜੀ ਲਾਸਟ ਮਾਈਲ ਡਿਲੀਵਰੀ ਉਹ ਕਰਦੀ ਆ, ਸਾਰੇ ਆਟੋਨਮਸ ਟਰੱਕ ਆ ਉਹਨਾਂ ਦੇ ਉੱਥੇ। ਗੈਟਕ ਕੰਪਨੀ ਦਾ ਨਾਂ ਹੈਗਾ। ਸੋ ਜਿੰਨੇ ਵੀ ਵੇਅਰ ਜਿਹੜੀ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਸਟੋਰ ਤੱਕ ਜਿਹੜੀ ਡਿਲੀਵਰੀ ਜਾਂਦੀ ਆ ਉਹ ਆਟੋਨਮਸ ਟਰੱਕਾਂ 'ਚ ਹੀ ਜਾਂਦੀ ਆ ਸਾਰੀ ਉੱਥੇ। ਨਹੀਂ, ਆ ਪ੍ਰਾਈਮ ਵਾਲੇ ਜਿਹੜੇ ਐਮਾਜ਼ੋਨ ਵਾਲੇ ਕਰ ਰਹੇ ਆ। ਕੈਲੀਫੋਰਨੀਆ ਦਾ ਇੱਕ ਸ਼ਹਿਰ ਆ ਜਿਨ੍ਹਾਂ ਨੇ ਹਰੀ ਝੰਡੀ ਦਿੱਤੀ ਆ ਡਰੋਨਸ ਦੇ ਨਾਲ। ਹੁਣ ਲਾਸਟ ਮਾਈਲ ਡਿਲੀਵਰੀਆਂ ਜਿਹੜੀਆਂ ਆਦੀਆਂ ਡਰੋਨ ਦੇ ਨਾਲ, ਬਾਕੀ ਜਿਹੜੇ ਆ EV ਵਾਲੇ ਤੇ ਜਾਂ ਸੈਲਫ ਡਰਾਈਵਿੰਗ ਟਰੱਕਸ ਤੇ ਜਿਹੜਾ ਉਹ ਨਾਲ। ਸੋ ਫਿਊਚਰ ਸ਼ਿਪਿੰਗ ਦਾ ਬਹੁਤ ਜ਼ਿਆਦਾ ਚੇਂਜ ਹੋਣ ਜਾ ਰਿਹਾ।
ਕੀ ਅਸਲ ਦੇ ਵਿੱਚ ਡਰਾਈਵਰਲੈਸ ਟਰੱਕਸ ਦੇ ਫਿਊਚਰ ਹੋਣਗੇ? 100% ਤਾਂ ਕਿਤੇ ਵੀ ਕੋਈ ਚੀਜ਼ ਨਹੀਂ ਹੁੰਦੀ, ਪਰ ਕੁਛ ਹਿੱਸਾ ਜਿਹੜਾ ਉਹਨਾਂ ਨੇ ਮਾਰਕੀਟ ਦਾ ਉਸ ਦੇ ਉੱਤੇ ਲਾਉਣਾ ਆ। ਤੁਸੀਂ ਕੋਈ ਵੀ ਵੱਡੀ ਟਰੱਕਿੰਗ ਮੈਨੂਫੈਕਚਰਿੰਗ ਕੰਪਨੀ ਜਿਹੜੀ ਉਸ ਨੂੰ ਦੇਖ ਲਓ, ਉਹ ਸਾਰੇ ਜਾਣੇ ਇਸ ਦੇ ਵਿੱਚ ਸੈਲਫ ਡਰਾਈਵਿੰਗ ਜਾਂ ਆਟੋਨੋਮਸ ਟਰੱਕਸ ਦੇ ਵਿੱਚ ਕਾਫੀ ਜ਼ਿਆਦਾ ਬਿਲੀਅਨਸ ਆਫ ਡਾਲਰ ਜਿਹੜੀ ਉਹ ਇਨਵੈਸਟ ਕਰ ਰਹੇ ਆ। ਉਸ ਨੂੰ ਇਹ ਆਲਰੇਡੀ 30-40 ਬਿਲੀਅਨ ਡਾਲਰ ਦੀ ਟਰੱਕਿੰਗ ਇੰਡਸਟਰੀ ਇੱਕ ਹਿੱਸਾ ਇੰਡਸਟਰੀ ਦਾ ਉਹ ਮੰਨ ਰਹੇ ਆ। ਸੋ ਇਵੈਂਚੁਅਲੀ ਇਹ ਕੰਮ ਵੱਧਦਾ ਹੀ ਜਾਣਾ। ਸੇਮ ਥਿੰਗ ਹੀ ਆ, ਜਦੋਂ ਕੁਝ ਸਾਲ ਪਹਿਲਾਂ ਇਲੈਕਟ੍ਰਿਕ ਗੱਡੀਆਂ ਆਈਆਂ ਸੀਗੀਆਂ, ਸਾਰੇ ਕਹਿੰਦੇ ਸੀਗੇ ਯਾਰ ਇਹਨਾਂ ਦਾ ਕੀ ਆ, ਇਹ ਕਿੱਦਾਂ ਹੋਊਗਾ, ਕਿਵੇਂ ਹੋਊਗਾ। ਹੁਣ ਤੁਸੀਂ ਦੇਖ ਲਓ ਪੂਰੀ ਭਰਮਾਰ ਆ। ਲੋਕੀ ਉਹਨਾਂ ਦੇ ਪ੍ਰਾਈਸ ਸਲੈਸ਼ ਕਰ ਕਰਕੇ ਅਗਲੇ ਵੇਚ ਰਹੇ ਆ। ਹਰ ਇੱਕ ਕੰਪਨੀ ਦੇ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਉਹ ਆ ਚੁੱਕੀਆਂ ਆ ਤੇ ਹੌਲੀ ਹੌਲੀ ਕਾਮਯਾਬੀ ਵੱਲ ਨੂੰ ਉਹ ਵੱਧ ਰਹੇ ਆ। ਕੀ ਪ੍ਰੋਬਲਮਸ ਹੋਣਗੀਆਂ ਉਹ ਅੱਗੇ ਫਿਊਚਰ 'ਚ, ਪਰ ਚੇਂਜ ਜਿਹੜੇ ਜ਼ਰੂਰ ਆ ਰਹੇ ਆ ਜੀ। ਇਦਾਂ ਹੀ ਇੱਕ ਰਾਜਕਨਵੀਰ ਸਿੰਘ ਜੀ, ਰਮਨ ਭਾਜੀ, ਪਿਟਸਬਰਗ ਬੇਸਡ ਕੰਪਨੀ ਆ ਅਰੋਰਾ ਇਨੋਵੇਸ਼ਨਸ, ਉਹਨਾਂ ਨੇ ਪਾਰਟਨਰਸ਼ਿਪ ਕੀਤੀ ਹੈਗੀ ਆ ਪਕਾਰਿਨ ਕਾਰਪੋਰੇਸ਼ਨ ਤੇ ਵੋਲਵੋ ਗਰੁੱਪ ਦੇ ਨਾਲ। 951 ਮਿਲੀਅਨ ਡਾਲਰ ਕੈਸ਼ ਉਹਨਾਂ ਦੇ ਕੋਲ ਬੈਲੈਂਸ ਸ਼ੀਟ 'ਚ ਪਿਆ। 828 ਮਿਲੀਅਨ ਦਾ ਸਿਰਫ ਉਹਨੇ ਜੁਲਾਈ ਮਹੀਨੇ 'ਚ ਰੇਜ਼ ਕੀਤਾ ਸੀ। ਇਸ ਤੋਂ ਬਿਨਾਂ 1.2 ਬਿਲੀਅਨ ਡਾਲਰ 20 ਵਾਲੀ ਉਹ ਉਹਨੇ ਨਵੰਬਰ 2021 'ਚ ਮਰਜਰ ਦੇ ਦੌਰਾਨ ਜਿਹੜਾ ਆ ਰਿਸੀਵ ਕੀਤਾ ਸੀ। ਸੋ ਉਹਨਾਂ ਦੇ ਮੁਤਾਬਕ ਇਹ ਆ ਵੀ ਕਹਿੰਦੇ ਲੇਟੈਸਟ ਉਹਨਾਂ ਦੀ ਸੈਲਫ ਅਸੈਸਮੈਂਟ ਸ਼ੋ ਕਰਦੀ ਹੈ ਵੀ 84% ਉਹ ਰੈਡੀ ਹੈਗੇ ਆ ਕਮਰਸ਼ੀਅਲਾਈਜ਼ਿੰਗ ਡਰਾਈਵਰਲੈਸ ਫਰੇਟ ਇੰਟਰਸਟੇਟ 45 ਤੇ, ਜਿਹੜਾ ਡੈਲਸ ਤੇ ਹੂਸਟਨ ਦੇ ਵਿਚਾਲੇ ਹੈਗਾ ਬਾਈ ਦਾ ਐਂਡ ਆਫ 2024। ਸੋ ਡੈਲਸ ਦੇ ਵਿੱਚ ਜਿਹੜਾ ਇੰਟਰਸਟੇਟ 45 ਆ ਡੈਲਸ ਤੇ ਹੂਸਟਨ ਦੇ ਵਿਚਾਲੇ ਅਗਲੇ ਸਾਲ ਦੇ ਐਂਡ ਤੱਕ 84% ਜਿਹੜਾ ਕਮਰਸ਼ੀਅਲਾਈਜ਼ਿੰਗ ਹੋਣੀ ਹੈ ਡਰਾਈਵਰਲੈਸ ਫਰੇਟ ਦੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੱਦਾਂ ਕੰਪਨੀਆਂ ਜਿਹੜੀਆਂ ਆ ਉਹ ਮਨੀ ਸਪੈਂਡ ਕਰ ਰਹੀਆਂ ਹੈਗੀਆਂ ਇਸ ਪਾਸੇ ਨੂੰ ਜੀ।